हेलो बच्चों। बेटा आज हम करेंगे अध्याय नंबर 17 चैप्टर 17 तारे ਅਤੇ सूरजी परिवार का लेक्चर नंबर 2। और जिन जिन बच्चों ने अभी तक इस चैप्टर का लेक्चर नंबर 1 नहीं देखा है तो पहले लेक्चर नंबर 1 ज़रूर देखें। तो चलो शुरू करते हैं। इसमें पहला टॉपिक है द मून, चंद्रमा या जिन्हों असी चंद भी कहते हैं। मून इज़ अ नैचुरल सैटेलाइट ऑफ अर्थ। चंद्रमा धरती का एक कुदरती उपग्रह है। क्या है बेटा? चंद्रमा या चंद धरती का एक कुदरती उपग्रह है। हुण इत्थे क्वेश्चन उठता है कि उपग्रह किहनूं कहंदे हैं या की है उपग्रह? The celestial object which revolve around the planet are called satellite। यानी कि अजिही खगोली पिंड ਜਿਹੜੇ ਗ੍ਰਹਿਆਂ ਦੇ ਆਲੇ ਦੁਆਲੇ ਘੁੰਮਦੇ ਹਨ ਉਹਨਾਂ ਨੂੰ ਉਪਗ੍ਰਹਿ ਕਹਿੰਦੇ ਆ ਜਾਂ ਉਹਨਾਂ ਨੂੰ ਉਸ ਗ੍ਰਹਿ ਦਾ ਉਪਗ੍ਰਹਿ ਕਹਿੰਦੇ ਆ। ਜਿਸ ਤਰ੍ਹਾਂ ਧਰਤੀ ਇੱਕ ਉਪਗ੍ਰਹਿ ਹੈ, ਧਰਤੀ ਇੱਕ ਗ੍ਰਹਿ ਹੈ, ਪਲੈਨਟ ਹੈ ਧਰਤੀ, ਅਤੇ ਧਰਤੀ ਦੇ ਆਲੇ ਦੁਆਲੇ ਚੰਦਰਮਾ ਘੁੰਮਦਾ ਹੈ। ਇਸ ਕਰਕੇ ਚੰਦਰਮਾ ਨੂੰ ਧਰਤੀ ਦਾ ਕੁਦਰਤੀ ਉਪਗ੍ਰਹਿ ਕਹਿੰਦੇ ਆ। ਕੁਦਰਤੀ ਇਸ ਲਈ ਬੇਟਾ क्योंकि ਜਿਹੜੇ उपग्रह है ये भी दो किस्म के हैं या सैटेलाइट जो है 2 टाइप्स के है, नैचुरल और मैन मेड। कुदरती मीन्स ये किसी इंसान ने नहीं बनाए हुए हैं, कुदरत वालों ही तैयार हुए हुए हैं या कुदरती घटनाओं द्वारा तैयार हुए हैं, इस करके कुदरती उपग्रह है। और आर्टिफिशियल सैटेलाइट मीन्स मैन मेड सैटेलाइट, ਜਿਹੜੇ कि सैटेलाइट ਸਾਡੇ ਵਿਗਿਆਨੀ ਭੇਜਦੇ ਹੈ ਅਤੇ ਉਹ ਅਰਥ ਦੇ ਆਲੇ ਦੁਆਲੇ ਉਹ ਵੀ ਚੱਕਰ ਕੱਟਦੇ ਹੈ ਅਤੇ ਉਹਨਾਂ ਨੂੰ ਆਰਟੀਫਿਸ਼ੀਅਲ ਜਾਂ ਬਨਾਵਟੀ ਉਪਗ੍ਰਹਿ ਕਹਿੰਦੇ ਹਨ। ਇਸ ਤੋਂ ਬਾਅਦ ਦੇਖੋ ਬੇਟਾ ਇਹ ਸਨ ਹੈ, ਧਰਤੀ ਹੈ। ਧਰਤੀ ਜਿਹੜੀ ਹੈ ਉਹ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੀ ਹੈ, जद कि चंद्रमा जिहड़ा है वो धरती के आले दुआले चक्कर लगा रहा है। इत्थे असीं ये कह सकते हैं कि धरती और चंद्रमा या धरती और चंद सूरज के आले दुआले चक्कर लगाते हैं। ये दोनों ही धरती सूरज के आले दुआले चक्कर लगाते हैं। तो जिस पथ ते धरती सूरज के आले दुआले चक्कर लगाती है उसनूं ग्रहपथ, उसनूं ग्रहपथ या ऑर्बिट कहते हैं। इंग्लिश दे विच ऑर्बिट और पंजाबी दे विच ग्रहपथ। नैक्सट देखते हैं जी, फेजिज ऑफ मून, चंद दियाँ कलावां। सब तो पहला बेटा देखांगे कि कलावां क्या चीज़ है या फेजेज जो है वो क्या चीज़ है। बेटा जब भी हम रात वेले आकाश वाल देखते हैं तो सानू हर रात चंद्रमा जिहड़ा है वो उसकी शकल जिहड़ी है वो बदली हुई नज़र आती है। कदे चंद्रमा सानू बड़ा दिखता है, कदे उसदे आकार च थोड़ा परिवर्तन आके छोटा दिखता है। जेकर बहुत ही छोटा है तो थोड़े दिन बाद सानू लगता है कि चंद्रमा की जी शकल है वो बढ़ रही है। ये शकल जिहड़ा है बेटा, इस शकल की जी असीं गल कर रहे हैं, ये सिर्फ वो भाग है जिहड़ा कि सानू चमकीला नज़र आ रहा है। बाकी भाग की गल नहीं कर रहे हैं असीं, सिर्फ उसी भाग की गल कर रहे हैं जिहड़ा सानू चमकीला नज़र आ रहा।
ਤੇ ਦੇਖੋ ਜੀ, ਚੰਨ ਦੀ ਵੱਖ-ਵੱਖ ਸ਼ਕਲਾਂ ਸਿਰਫ ਚਮਕੀਲੇ ਭਾਗ ਨੂੰ ਚੰਨ ਦੀਆਂ ਕਲਾਵਾਂ ਕਹਿੰਦੇ ਹਨ। ਵੇਰੀਅਸ ਸ਼ੇਪ ਆਫ ਬ੍ਰਾਈਟ ਪਾਰਟ ਆਫ ਮੂਨ ਇਜ਼ ਕਾਲਡ ਫੇਜ਼ਿਸ ਆਫ ਮੂਨ। ਸਮਝ ਆ ਗਈ ਬੇਟਾ? ਫੇਜ਼ਿਸ ਆਫ ਮੂਨ ਜਾਂ ਚੰਨ ਦੀ ਕਲਾਵਾਂ ਦਾ ਮਤਲਬ ਹੈ ਚੰਨ ਦੀ ਵੱਖ-ਵੱਖ ਸ਼ਕਲਾਂ ਸਿਰਫ ਚਮਕੀਲੇ ਭਾਗ ਦੀਆਂ, ਉਹਨਾਂ ਨੂੰ ਕਲਾਵਾਂ ਕਹਿੰਦੇ ਹਨ। ਜਾਂ ਵੇਰੀਅਸ shapes of bright part of moon is known as phases of moon। ਔਰ ਇਹ ਸਾਨੂੰ ਇਹ ਵੀ ਪਤਾ ਹੈ ਕਿ ਚੰਦਰਮਾ ਦੀ ਆਪਣੀ ਲਾਈਟ ਨਹੀਂ ਹੁੰਦੀ ਹੈ, ਇਹ ਆਪਣੇ ਉੱਤੇ ਪੈ ਰਹੇ ਸੂਰਜੀ ਪ੍ਰਕਾਸ਼ ਨੂੰ ਸਾਡੇ ਵੱਲ ਪਰਾਵਰਤਿਤ ਕਰਦਾ ਹੈ, ਅਤੇ ਜਿਸ ਭਾਗ 'ਤੇ ਪਰਾਵਰਤਿਤ ਹੁੰਦਾ ਹੈ ਸਾਨੂੰ ਉਹੀ ਭਾਗ ਚਮਕੀਲਾ ਨਜ਼ਰ ਆਉਂਦਾ ਹੈ, ਅਤੇ ਉਸੀ ਕਾਰਨ ਜਿਹੜੀ ਹੈ ਇਹ ਚੰਦਰਮਾ ਦੀ ਵੱਖ-ਵੱਖ ਕਲਾਵਾਂ ਨਜ਼ਰ ਆਉਂਦੀਆਂ ਹਨ। ਤਾਂ ਚਲੋ ਇਹਨੂੰ ਥੋੜ੍ਹਾ ਡਿਟੇਲ 'ਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਪੂਰਨਿਮਾ ਦੀ ਜਾਂ ਪੂਰਨਮਾਸੀ ਦੀ। ਪੂਰਨਮਾਸੀ ਜਾਂ ਪੂਰਨਿਮਾ, ਜਿਹਨੂੰ ਇੰਗਲਿਸ਼ ਦੇ ਵਿੱਚ ਫੁੱਲ ਮੂਨ ਡੇ ਵੀ ਕਹਿੰਦੇ ਹਨ। ਬੇਟਾ ਇਸ ਦਿਨ ਸਾਨੂੰ ਚੰਦਰਮਾ ਦੀ ਪੂਰੀ ਡਿਸਕ ਨਜ਼ਰ ਆਉਂਦੀ ਹੈ, ਜਾਂ ਯੂੰ ਕਹੇ ਚੰਦਰਮਾ ਦੀ ਪੂਰਨ ਟਿੱਕੀ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਸਾਨੂੰ ਪੂਰਾ ਚੰਦਰਮਾ ਜਿਹੜਾ ਹੈ ਇਸ ਦਿਨ ਨਜ਼ਰ ਆਉਂਦਾ ਹੈ, ਅਤੇ ਉਹਨੂੰ ਕਹਿੰਦੇ ਅਸੀਂ ਪੂਰਨਮਾਸੀ, ਪੂਰਨਿਮਾ ਜਾਂ ਫੁੱਲ ਮੂਨ ਡੇ। ਉਸ ਤੋਂ ਬਾਅਦ ਬੇਟਾ ਜੇਕਰ ਇਸ ਵਾਲੇ ਹਿੱਸੇ ਦੀ ਗੱਲ ਕਰਦੇ ਹਾਂ, ਪੂਰਨਮਾਸੀ ਦੇ ਅਗਲੇ ਦਿਨ, ਕਿਉਂਕਿ ਤੁਸੀਂ ਥੋੜ੍ਹਾ ਸੋਚ ਕੇ ਦੇਖੋ, ਜੇਕਰ ਸਾਨੂੰ ਚੰਦਰਮਾ ਪੂਰਾ ਨਜ਼ਰ ਆ ਰਿਹਾ ਹੈ ਅਤੇ ਅਗਲੇ ਦਿਨ ਉਹ बढ़ेगा ਜਾਂ ਘਟੇਗਾ। बढ़ेगा ਤਾਂ ਜ਼ਾਹਿਰ ਨਹੀਂ ਕਿ ਜਦ ਸਾਨੂੰ ਪੂਰਾ ਨਜ਼ਰ ਆ ਰਿਹਾ ਹੈ, ਅਤੇ ਅਗਲੇ ਦਿਨ ਉਹਦੀ ਸ਼ਕਲ ਦੇ ਵਿੱਚ ਥੋੜ੍ਹਾ ਜਿਹਾ ਕਮੀ ਆ ਜਾਏਗੀ, ਜਾਂ ਉਸ ਚਮਕੀਲਾ ਭਾਗ ਥੋੜ੍ਹਾ ਜਿਹਾ ਕਮ ਹੋ ਜਾਏ। ਜਿਸ ਤਰ੍ਹਾਂ ਤੁਸੀਂ ਚਿੱਤਰ 'ਚ ਦੇਖ ਪਾ ਰਹੇ ਹੋ ਨਾ, ਇੱਥੇ ਥੋੜ੍ਹੀ ਜਿਹੀ ਚਮਕੀਲੇ ਭਾਗ ਦੇ ਵਿੱਚ ਕਮੀ ਆ ਗਈ ਹੈ, ਅਤੇ ਬੇਟਾ ਇਸ ਪਾਸੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਘਟਦਾ ਚੰਨ ਹੈ। ਕਿਹੜਾ ਚੰਨ ਹੈ ਜੀ? ਘਟਦਾ ਚੰਨ। ਕਿਉਂਕਿ ਇਸ ਸਾਈਡ ਨੂੰ ਚੰਦਰਮਾ ਦੀ ਜਿਹੜੀ ਸ਼ਕਲ ਹੈ ਉਹ ਦਿਨ ਪ੍ਰਤੀ ਦਿਨ ਕਮ ਹੁੰਦੀ ਜਾ ਰਹੀ ਹੈ, ਔਰ 15ਵੇਂ ਦਿਨ ਇੱਥੋਂ ਜਦ ਚੱਲਾਂਗੇ ਤਾਂ ਇੱਥੋਂ 15ਵੇਂ ਦਿਨ ਸਾਨੂੰ ਚੰਦਰਮਾ ਨਹੀਂ ਦਿਖਾਈ ਦੇਗਾ, ਔਰ ਇਸ ਨੂੰ ਅਸੀਂ ਮੱਸਿਆ ਕਹਿੰਦੇ ਹਾਂ ਜਾਂ ਨਿਊ ਮੂਨ ਡੇ। ਨਿਊ ਮੂਨ ਡੇ ਜਾਂ ਮੱਸਿਆ ਮੀਨਸ ਉਹ ਰਾਤ ਜਿਸ ਰਾਤ ਸਾਨੂੰ ਚੰਦਰਮਾ ਜਾਂ ਚੰਨ ਵਿਖਾਈ ਨਹੀਂ ਦਿੰਦਾ। ਔਰ ਇੱਕ ਪੂਰਨਮਾਸੀ ਤੋਂ ਮੱਸਿਆ ਦੇ ਵਿਚਕਾਰ ਦਾ ਜਿਹੜਾ ਸਮਾਂ ਹੈ ਉਹ 15 ਦਿਨ ਦਾ ਹੈ। ਠੀਕ ਹੈ ਬੇਟਾ? ਜਿਸ ਤਰ੍ਹਾਂ ਇਹ ਇੱਧਰ 1 2 3 4 ਇੱਦਾਂ ਦਾ ਕਰਕੇ 13 14 ਔਰ 15ਵੇਂ ਦਿਨ ਸਾਨੂੰ ਚੰਦਰਮਾ ਨਹੀਂ ਦਿਖਾਈ ਦੇਗਾ, ਅਤੇ ਉਸ ਨੂੰ ਅਸੀਂ ਮੱਸਿਆ ਜਾਂ ਨਿਊ ਮੂਨ ਡੇ ਕਹਿੰਦੇ ਹਨ। ਮੱਸਿਆ ਦੇ ਅਗਲੇ ਦਿਨ ਸਾਨੂੰ ਚੰਦਰਮਾ ਦੀ ਬਹੁਤ ਹੀ ਛੋਟੀ ਸ਼ਕਲ ਜਿਹੜਾ ਉਹ ਦਿਖਾਈ ਦੇਗੀ, ਜਿਹਨੂੰ ਅਸੀਂ ਨਵਾਂ ਚੰਨ ਜਾਂ ਕ੍ਰਿਸੈਂਟ ਮੂਨ ਆਖਦੇ ਹਨ। ਮੱਸਿਆ ਦੇ ਅਗਲੇ ਦਿਨ ਬੇਟਾ ਸਾਨੂੰ ਚੰਨ ਦੀ ਬਹੁਤ ਹੀ ਬਾਰੀਕ ਜਿਹੜੀ ਹੈ ਸ਼ਕਲ ਜਾਂ ਚਮਕੀਲਾ ਭਾਗ ਸਾਨੂੰ ਨਜ਼ਰ ਆਏਗਾ, ਜਿਸ ਨੂੰ ਅਸੀਂ ਨਵਾਂ ਚੰਨ ਜਾਂ ਕ੍ਰਿਸੈਂਟ ਮੂਨ ਕਹਿੰਦੇ ਹਨ। ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਚੰਨ ਦੇ ਚਮਕੀਲੇ ਭਾਗ ਦਾ ਵਾਧਾ ਹੁੰਦਾ ਰਹੇਗਾ, ਔਰ ਮੱਸਿਆ ਤੋਂ 15ਵੇਂ ਦਿਨ, ਇੱਥੋਂ ਵੀ ਬੇਟਾ 15 ਦਿਨ ਲੱਗਦੇ ਆ ਤਕਰੀਬਨ, ਅਤੇ ਬਾਅਦ ਸਾਨੂੰ ਚੰਦਰਮਾ ਦੀ ਪੂਰਨ ਟਿੱਕੀ ਦਿਖਾਈ ਦੇਗੀ, ਜਿਸ ਨੂੰ ਅਸੀਂ ਪੂਰਨਮਾਸੀ ਆਖਦੇ ਹਨ। ਅਤੇ ਬੇਟਾ ਇੱਕ ਪੂਰਨਮਾਸੀ ਤੋਂ ਦੂਜੇ ਪੂਰਨਮਾਸੀ ਦੇ ਵਿੱਚ ਤਕਰੀਬਨ 29 ਤੋਂ ਥੋੜ੍ਹਾ ਜਿਹਾ ਵੱਧ ਦਿਨ ਲੱਗਦੇ ਆ, ਜਿਸ ਨੂੰ ਅਸੀਂ 1 ਮਹੀਨਾ ਆਖਦੇ ਹਾਂ। ਕਲੀਅਰ ਹੈ ਜੀ? ਚਲੋ ਨੈਕਸਟ ਦੇਖਦੇ ਹਾਂ ਬੇਟਾ।
Almost all festival in India are celebrated according to the phases of moon. ਭਾਰਤ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਤਨੇ ਵੀ ਤਿਉਹਾਰ ਅਸੀਂ ਮਨਾਉਂਦੇ ਹਾਂ ਉਹ ਸਾਰੇ ਦੇ ਸਾਰੇ ਜਿਹੜੇ ਚੰਦ ਦੀ ਕਲਾਵਾਂ ਉੱਤੇ ਨਿਰਭਰ ਕਰਦੇ ਆ। ਜਿਸ ਤਰ੍ਹਾਂ ਬੇਟਾ ਦੀਵਾਲੀ ਹੈ, ਦੀਵਾਲੀ इज सेलिब्रेटेड ऑन द न्यू मून डे। अब देखो बेटा क्या है, दिवाली इज सेलिब्रेटेड ऑन न्यू मून डे। अब न्यू मून डे के कौन की सी बेटा, ये देखो न्यू मून डे, न्यू मून डे यानी कि मस्या। दिवाली जिहड़ी है वो मस्या वाले दिन मनाई जाती है। दिवाली मस्या वाले दिन मनाई जाती है। बुद्ध पूर्णिमा, गुरु नानक देव जी बर्थडे आर सैलीब्रेटेड ऑन फुल मून डे। फुल मून डे बुद्ध पूर्णिमा ਅਤੇ ਗੁਰੂ ਨਾਨਕ ਜੀ ਦੇਵ ਜੀ ਦਾ ਜਨਮ ਦਿਹਾੜਾ ਪੂਰਨਿਮਾ ਜਾਂ ਪੂਰਨਮਾਸੀ ਵਾਲੇ ਦਿਨ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਮਹਾਸ਼ਿਵਰਾਤਰੀ ਇਜ਼ ਸੈਲੀਬ੍ਰੇਟਿਡ ਔਨ ਦਾ 13th ਨਾਈਟ ਆਫ ਵਾਰਨਿੰਗ मून यानी कि महाशिवरात्रि घटते चंद्रमा के 13वीं रात को मनाई जाती है। देखो बेटा महाशिवरात्रि घटते चंद्रमा की 13वीं रात को मनाई जाती है। घटता चंद्रमा किहड़ा बेटा, पूर्णिमा के बाद चंद्रमा जिहड़ा है वो घटना शुरू होया सी, तो 1 2 3 इदा करिए असीं, तो ये 13वां दिन है या 13वीं रात है बेटा। इस दिन जिहड़ा महाशिवरात्रि का पर्व जिहड़ा है वो मनाया जाता है। नैक्सट देखते हैं, ईद उल फितर इज़ ऑब्जर्व ऑन द डे फॉलोइंग द साइटनिंग ऑफ क्रिसेंट मून। ईद उल फितर नवें चंद की रात के अगले दिन को मनाया जाता है। हुण मैं तुहानूं दस दवां जी इत्थे नवां चंद, ये क्रिसेंट मून है, मस्या के अगले वाले दिन नवां चंद, नवें चंद की अगली रात, इस ते बाद जिहड़े भी मून बनेगा बेटा उस रात को क्या मनाया जाता है, ईद उल फितर जिहड़ा वो सैलीब्रेट किया जाता है। नैक्सट देखते हैं, सरफेस ऑफ मून, चंद की सतह। कि जिहड़ा चंद्रमा है उहदी जिहड़ी सतह है वो किदां दी है। द सरफेस ऑफ मून इज़ डस्टी एंड बारिन। जिहड़ी चंद की सतह है वो धूड़ भरी अते बंजर है, मतलब उत्थे कोई फसल का कोई नामो निशान नहीं है या मिट्टी अवेलेबल नहीं है। देयर आर मैनी क्रेटर्स ऑफ डिफरेंट साइज। इट ऑल्सो हैव ए लार्ज नंबर ऑफ स्टेप्स एंड हाई माउंटेन। स्टेप्स एंड हाई माउंटेन मतलब उस उत्ते कई आकार के टोहे, क्रेटर्स जिन्हों कहते हैं ਹਨ। उस उत्ते कई खड़ी ढाल वाले पहाड़ भी हैं। इन्हां विच कुछ पहाड़ या पहाड़ों की ऊंचाई धरती ते पहाड़ों की ऊंचाई तो सब तो वध है। मतलब जिन्ने ऊंचाई के पहाड़ धरती उत्ते है बेटा उस तो भी वध आकार के जिहड़े उत्थे पहाड़ मौजूद हैं। द मून हैज़ नो एटमोसफेयर, इट हैज़ नो वाटर। चंद्रमा उत्ते ना तो वायुमंडल है और ना ही उत्ते पानी है। मतलब चंद्रमा उत्ते कोई वायुमंडल नहीं है बेटा। जिस तरह धरती के उपर वायुमंडल है, चंद्रमा उत्ते कोई वायुमंडल नहीं है और ना ही उत्ते पानी मौजूद है। द ग्रैविटी ऑफ मून इज़ 1/6 ऑफ द ग्रैविटी ऑफ अर्थ। जिन्ना गुरुत्व बल धरती उत्ते है उस गुरुत्व बल के मुकाबले चंद्रमा के उत्ते 1/6 धरती के गुरुत्व बल के बराबर है। जेकर बेटा किसी व्यक्ति का धरती उत्ते
ਵਜਨ ਜਿਹੜਾ ਹੈ ਉਹ 60 kg ਹੈ ਅਤੇ ਚੰਦਰਮਾ ਉੱਤੇ ਉਹਦਾ ਵਜਨ ਜਿਹੜਾ ਹੈ ਉਹ 10 ਕਿਲੋ ਰਹਿ ਜਾਏਗਾ 1/6 ਟਾਈਮ। ये देख सकते हो बेटा चंद्रमा की सतह के कुछ पिक्चर्स। नैक्सट देखते हैं बेटा फस्ट ऑन मून कि वो किहड़े पुलाड़ यात्री सी जिहड़े पहली बार चंद ते गए या चंद्रमा ते उन्होंने लैंड किया। तो बेटा सब तो पहला सीगा नील आर्मस्ट्रॉन्ग एंड अमरीकन एस्ट्रोनट्स। ये अमरीका के पुलाड़ यात्री सी जिन्होंने अमरीका की स्पेस एजेंसी नासा वालों 20 जुलाई 1969 ईस्वी के विच चंद्रमा ते भेजा गया सी ते वो चंद्रमा ते जाके आए सी। उस तो बाद बेटा राकेश शर्मा ये इंडिया के पहले पुलाड़ यात्री सी जिन्होंने अप्रैल 2 अप्रैल 1984 के विच जिन्होंने चंद्रमा ते वो गए सी। बेटा दो का नाम तुसीं याद रख लेना नील आर्मस्ट्रॉन्ग अमरीकन एस्ट्रोनट सी 20 जुलाई सन 1969 ਨੂੰ ਇਹ ਪਹਿਲੇ ਵਿਅਕਤੀ ਸੀ ਜਿਹੜੇ ਚੰਦ 'ਤੇ ਗਏ ਸੀ ਅਤੇ ਜਿਹੜੇ ਭਾਰਤ ਦੇ ਪਹਿਲੇ ਸੀਗੇ ਜਿਨ੍ਹਾਂ ਨੂੰ ਇਸਰੋ ਨੇ ਭਾਰਤ ਦੀ ਇੱਕ ਸਪੇਸ ਏਜੰਸੀ ਹੈ ਇਸਰੋ ਉਹਨਾਂ ਨੇ ਇਹਨਾਂ ਨੂੰ ਭੇਜਿਆ ਸੀਗਾ 2 ਅਪ੍ਰੈਲ 1984 ਦੇ ਵਿੱਚ। ਉਸ ਤੋਂ ਬਾਅਦ ਬੇਟਾ ਕਲਪਨਾ ਚਾਵਲਾ ਇਹ ਭਾਰਤ ਮੂਲ ਦੀ ਪਹਿਲੀ ਮਹਿਲਾ ਥੀ ਜਿਹੜਾ ਸਪੇਸ ਦੇ ਵਿੱਚ ਗਏ ਸੀ ਅਤੇ ਇੱਕ ਹੋਰ ਸੀਗੇ ਸੁਨੀਤਾ ਵਿਲੀਅਮ ਇਹ ਵੀ ਭਾਰਤੀ ਮੂਲ ਦੇ ਹੀ ਪਹਿਲੀ ਲੇਡੀਜ਼ ਸੀ ਪਹਿਲੀ ਤੋਂ ਨਹੀਂ ਲੇਡੀਜ਼ ਸੀ ਜਿਹੜੇ ਕਿ ਸਪੇਸ 'ਤੇ ਗਏ ਸੀਗੇ। ਮੇਨ ਤੁਹਾਡੇ ਦੋ नील आर्मस्ट्रॉन्ग फर्स्ट मैन लैंड ऑन द मून, राकेश शर्मा इंडियन फर्स्ट मैन लैंड ऑन मून। तो बेटा मैनू उम्मीद है कि तुहानू ये वीडियो या लैक्चर जिहड़ा है वो समझ आया होगा। तो बेटा इनू ज़्यादा से ज़्यादा लाइक करो, सब्सक्राइब करो और बेल आइकन ज़रूर दबाओ, क्योंकि जैसे ही अगली वीडियो मेरी इसमें आएगी तो उसकी नोटिफिकेशन आपको सबसे पहले मिले। तब तक बेटा नमस्कार।